ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਰਨੈਲ ਸਿੰਘ ਜਿਹੜੇ ਕਿ ਸਰੀਰਕ ਤੌਰ 'ਤੇ ਸਾਡੇ ਤੋਂ ਵਿਛੜ ਚੁੱਕੇ ਨੇ, ਪਰ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰਾ ਦਿੰਦਿਆਂ ਆਪਣੀਆਂ ਜਿਵੇਂ ਦੀਆਂ ਯਾਦਾਂ ਉਹ ਸਾਡੇ ਵਿੱਚ ਛੱਡ ਕੇ ਗਏ ਨੇ, ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜੀਵਨ ਇੱਕ ਅਜਿਹੀ ਗੁਰਸਿੱਖੀ ਜੀਵਨ ਦੀ ਮਿਸਾਲ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸਰਦਾਰ ਜਰਨੈਲ ਸਿੰਘ ਜਿਨ੍ਹਾਂ ਨੇ ਤਕਰੀਬਨ 12-13 ਸਾਲ ਦੀ ਉਮਰ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਪਰ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਤੇ ਆਪਣੇ ਜੀਵਨ ਦੇ ਵਿੱਚ ਜਿੱਥੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਵਾਸਤੇ ਜਿਹੜੀ ਜ਼ਿੰਮੇਵਾਰ ਰਾਜਸੀ ਧਿਰ ਸੀ, ਉਸ ਦੇ ਉੱਪਰ ਕਹਿ ਸਕਦੇ ਹੋ ਕਿ ਇੱਕ ਅਜਿਹਾ ਸਵਾਲੀਆ ਨਿਸ਼ਾਨ ਖੜਾ ਕੀਤਾ, ਜਾਂ ਕਹਿ ਸਕਦੇ ਹੋ ਕਿ ਉਹਨਾਂ ਦੀ ਬਦਨੀਤੀ ਨੂੰ ਨਸ਼ਰ ਕੀਤਾ। ਉੱਥੇ ਨਾਲ ਨਾਲ ਜਦੋਂ ਉਹਨਾਂ ਦੇ ਸਵਾਸ ਪੂਰੇ ਹੋਏ ਨੇ ਤੇ ਉਹ ਜਾਂਦੇ ਹੋਏ ਵੀ ਇੱਕ ਉਸ ਨਿਜ਼ਾਮ ਦੀ ਹੈਵਾਨੀਅਤ ਨੂੰ ਨੰਗਾ ਕਰਕੇ ਗਏ ਨੇ ਜਿਹਦੇ ਨਾਲ ਸਮੁੱਚੀ ਮਨੁੱਖਤਾ ਦੀ ਨਸਲਕੁਸ਼ੀ ਹੋ ਰਹੀ ਹੈ। ਸਰਦਾਰ ਜਰਨੈਲ ਸਿੰਘ ਖਾਸ ਕਰਕੇ ਸੁਰਖੀਆਂ ਦੇ ਵਿੱਚ ਉਸ ਸਮੇਂ ਆਏ ਜਦੋਂ ਹਿੰਦੁਸਤਾਨ ਦੀ ਰਾਜਸੀ ਧਿਰ ਕਾਂਗਰਸ ਦੇ ਵੱਲੋਂ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਸੀ, ਔਰ ਇਹ ਗੱਲ ਜਿਹੜੀ ਸੀਗੀ ਇਹ ਤਕਰੀਬਨ ਸਪਸ਼ਟ ਸੀ ਕਿ ਕਾਂਗਰਸ ਦੇ ਵੱਲੋਂ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਬਤੌਰ ਮੈਂਬਰ ਪਾਰਲੀਮੈਂਟ ਜਿਹੜੀਆਂ ਟਿਕਟਾਂ ਨੇ ਉਹ ਦਿੱਤੀਆਂ ਜਾਣੀਆਂ ਸਨ। ਔਰ ਇਹ ਘਟਨਾ ਵੀ ਉਸ ਦਿਨ ਦੀ ਹੈ ਜਿਸ ਦਿਨ ਇਸੇ ਹੀ ਵਰਤਾਰੇ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਰਾਜਸੀ ਧਿਰ ਦੇ ਖਿਲਾਫ ਇੱਕ ਮੁਜ਼ਾਹਰਾ ਵੀ ਰੱਖਿਆ ਹੋਇਆ ਸੀ। ਉਸ ਦਿਨ ਤਕਰੀਬਨ ਇਹ ਖਬਰ ਸਾਰੀਆਂ ਹੀ ਅਖਬਾਰਾਂ ਦੀ, ਸਾਰੇ ਇਲੈਕਟ੍ਰੋਨਿਕ ਮੀਡੀਆ ਦੀ, ਸਾਰੇ ਟੀਵੀ ਚੈਨਲਾਂ ਦੀ ਸ਼ਿੰਗਾਰ ਬਣ ਗਈ ਜਿਸ ਵੇਲੇ ਪਤਾ ਲੱਗਾ ਕਿ ਸਰਦਾਰ ਜਰਨੈਲ ਸਿੰਘ ਨੇ, ਜਿਹੜੇ ਪੇਸ਼ੇ ਵਜੋਂ ਇੱਕ ਬਹੁਤ ਹੀ ਇਮਾਨਦਾਰ ਪੱਤਰਕਾਰ ਸਨ, ਨੇ ਇੱਕ ਪ੍ਰੈਸ ਮਿਲਣੀ ਦੇ ਵਿੱਚ ਉਸ ਵੇਲੇ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਜੁੱਤੀ ਮਾਰੀ। ਸੰਕੇਤਕ ਤੌਰ ਦੇ ਉੱਪਰ ਇਹ ਇੱਕ ਉਸ ਵੇਲੇ ਰੋਸ ਪ੍ਰਗਟ ਕਰਨ ਦਾ ਬਹੁਤ ਹੀ ਵੱਡਾ ਢੰਗ ਸੀ। ਜੇ ਮੈਂ ਕਹਾਂ ਤੇ ਉਹਨਾਂ ਨੇ ਆਪਣਾ ਰੋਹ ਇਸ ਰੂਪ ਦੇ ਵਿੱਚ ਪ੍ਰਗਟ ਕੀਤਾ ਕਿ ਲੋਕਾਂ ਦੇ ਵਿੱਚ ਇੱਕ ਅਜਿਹੀ ਸਮੂਹਿਕ ਚੇਤਨਤਾ ਨੇ ਜਨਮ ਲਿਆ ਜਿਸ ਦੇ ਕਰਕੇ ਕਾਂਗਰਸ ਨੂੰ ਵੀ ਇਹ ਜਿਹੜੀਆਂ ਆਪਣੀਆਂ ਟਿਕਟਾਂ ਦੀ ਵੰਡ, ਜਿਹੜੇ ਕਿ ਸਿੱਖਾਂ ਦੇ ਕਾਤਲਾਂ ਨੂੰ ਟਿਕਟਾਂ ਦੇਣੀਆਂ ਸੀ, ਉਹਦੇ ਉੱਪਰ ਮੁੜ ਵਿਚਾਰ ਕਰਨੀ ਪਈ। ਹੁਣ ਇਹ ਸਰਦਾਰ ਜਰਨੈਲ ਸਿੰਘ ਹੁਣਾਂ ਦੀ ਪ੍ਰਾਪਤੀ ਸੀ। ਉਸ ਤੋਂ ਬਾਅਦ ਰਾਜਨੀਤਿਕ ਜੀਵਨ ਦੇ ਵਿੱਚ ਵੀ ਉਹਨਾਂ ਨੇ ਹਮੇਸ਼ਾ ਆਪਣੇ ਪੰਥਕ ਹਿੱਤਾਂ ਨੂੰ ਜਾਂ ਕੌਮੀ ਹਿੱਤਾਂ ਨੂੰ ਪਹਿਲਾਂ ਰੱਖਿਆ ਹੈ ਬਜਾਏ ਕਿ ਰਾਜਸੀ ਧਿਰ ਦੇ। ਆਮ ਆਦਮੀ ਪਾਰਟੀ ਦੇ ਵੱਲੋਂ MLA ਬਣੇ, ਬੜੀ ਵਕਾਰੀ ਸੀਟ ਸੀ, ਸਾਰਿਆਂ ਦੀਆਂ ਨਜ਼ਰਾਂ ਉਦੋਂ ਉਸ ਸੀਟ ਦੇ ਉੱਪਰ ਲੱਗੀਆਂ ਹੋਈਆਂ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਵਿਰੋਧੀ ਧਿਰ ਨੂੰ ਹਰਾ ਕੇ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਬਤੌਰ ਵਿਧਾਇਕ ਜਿਹੜੀ ਸੀ ਉਹ ਸ਼ਮੂਲੀਅਤ ਕੀਤੀ। ਫਿਰ ਜਿਹੜੀਆਂ ਉਹਨਾਂ ਦੇ ਅੰਦਰ ਦੀਆਂ ਪੰਥਕ ਭਾਵਨਾਵਾਂ ਸੀ, ਜਿਹੜੀਆਂ ਸਮੇਂ-ਸਮੇਂ ਦੇ ਉੱਪਰ ਉਜਾਗਰ ਹੁੰਦੀਆਂ ਰਹੀਆਂ, ਤੇ ਸਾਰਿਆਂ ਨੂੰ ਕੋਈ ਪਤਾ ਹੈ ਕਿ ਉਹਨਾਂ ਪੰਥਕ ਹੀ ਜਿਹੜੀਆਂ ਉਹਨਾਂ ਦੀਆਂ ਅੰਦਰ ਰਵਾਇਤਾਂ ਸੀ ਜਾਂ ਪੰਥਕ ਪਰੰਪਰਾਵਾਂ ਸੀ, ਜਦੋਂ ਸਮੇਂ-ਸਮੇਂ ਦੇ ਉੱਪਰ ਉਹ ਉਹਨਾਂ ਦਾ ਪ੍ਰਗਟਾਵਾ ਕਰਦੇ ਰਹੇ ਤੇ ਕਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਰਾਜਸੀ ਜੀਵਨ ਨੂੰ ਖਤਮ ਕੀਤਾ ਗਿਆ। ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਪੰਥਕ ਪਰੰਪਰਾਵਾਂ ਸੀ ਉਹ ਸਮੁੱਚੀ ਕੌਮੀਅਤ ਦੇ ਨਾਲ, ਸਾਰੇ ਪੰਥ ਦੇ ਨਾਲ ਸਾਂਝੇ ਕਰਦੇ ਰਹੇ। ਕੁਝ ਸੈਮੀਨਾਰਾਂ ਦੇ ਵਿੱਚ, ਕੁਝ ਸਮਾਗਮਾਂ ਦੇ ਵਿੱਚ ਮੈਨੂੰ ਉਹਨਾਂ ਦੇ ਨਾਲ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ, ਤੇ ਮੈਂ ਸੋਚਦਾ ਹਾਂ ਕਿ ਸਾਡੇ ਵਰਗੇ ਜਿਹੜੇ ਕੱਚੇ ਪਿੱਲੇ ਲੋਕ ਨੇ, ਸਾਡੇ ਵਾਸਤੇ ਸਰਦਾਰ ਜਰਨੈਲ ਸਿੰਘ ਦਾ ਜੀਵਨ ਇੱਕ ਮਿਸਾਲ ਸੀ।
ਇੱਕ ਰਾਜਸੀ ਆਗੂ ਹੁੰਦੇ ਹੋਏ ਵੀ ਮੈਂ ਉਹਨਾਂ ਦੀ ਜੀਵਨ ਜਾਂਚ ਦੇ ਵਿੱਚ, ਉਹਨਾਂ ਦੀ ਗੱਲਬਾਤ ਦੇ ਵਿੱਚ, ਜਾਂ ਉਹਨਾਂ ਦੇ ਨਾਲ ਜਿੰਨੀਆਂ ਕਿ ਮੰਚਾਂ ਦੇ ਉੱਪਰ ਮੈਨੂੰ ਜਾਣ ਦਾ ਮੌਕਾ ਮਿਲਿਆ, ਜਿੰਨਾ ਉਹਨਾਂ ਦੇ ਜੀਵਨ ਦੇ ਵਿੱਚ ਸਹਿਜ ਔਰ ਗੱਲਬਾਤ ਕਰਨ ਦੇ ਵਿੱਚ ਜਿੰਨੀ ਲਿਆਕਤ ਮੈਂ ਵੇਖੀ ਆ, ਸ਼ਾਇਦ ਕੁਦਰਤ ਕਿਸੇ ਕਿਸੇ ਨੂੰ ਇਹ ਬਖਸ਼ਿਸ਼ ਕਰਦੀ ਹੈ। ਪਰ ਜਿਸ ਵੇਲੇ ਮੈਂ ਇੱਕ ਹੋਰ ਵੀ ਇਹਦੇ ਵਿੱਚ ਗੱਲ ਕਹਿਣੀ ਚਾਹੁੰਦਾ, ਸਾਡੀਆਂ ਪੰਥਕ ਧਿਰਾਂ ਨੇ ਸ਼ਾਇਦ ਉਹਨਾਂ ਦੀਆਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਨੂੰ ਕਦੀ ਵੀ ਪੰਥਕ ਪਰਿਪੇਖ ਦੇ ਵਿੱਚ ਵੇਖਣ ਦਾ ਯਤਨ ਨਹੀਂ ਕੀਤਾ। ਜੇ ਕਿਤੇ ਕੀਤਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਸਰਦਾਰ ਜਰਨੈਲ ਸਿੰਘ ਨੂੰ ਕਿਸੇ ਹੋਰ ਰਾਜਸੀ ਧਿਰ ਦੀ ਵਧਾਇਕੀ ਲੈਣ ਦੀ ਲੋੜ ਵੀ ਨਹੀਂ ਸੀ ਪੈਣੀ। ਇੱਥੋਂ ਤੱਕ ਕਿ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਇੱਕ ਗੱਲ ਵੀ ਆਈ ਕਿ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ, ਔਰ ਮੇਰੇ ਖਿਆਲ ਦੇ ਨਾਲ ਭੂਮਿਕਾ ਤੋਂ ਬਾਅਦ ਜਦੋਂ 2-4 ਸਫ਼ੇ ਬੰਦਾ ਪੜ੍ਹਦਾ ਹੈ ਤਾਂ ਕੋਈ ਵੀ ਅੱਖ ਅਜਿਹੀ ਨਹੀਂ ਹੈ ਜਿਹੜੀ ਉਹਨਾਂ ਕਿਤਾਬਾਂ ਦੇ ਵਿੱਚ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਦਰਦ ਬਿਆਨ ਕੀਤਾ ਹੈ, ਤੇ ਜਿਸ ਤਰ੍ਹਾਂ ਬਿਆਨ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਸਰਦਾਰ ਜਰਨੈਲ ਸਿੰਘ ਦੀਆਂ ਲਿਖਤਾਂ ਤੋਂ ਪਹਿਲਾਂ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਉੱਪਰ ਕਿਤਾਬਾਂ ਜਾਂ ਲਿਖਤਾਂ ਨਹੀਂ ਸੀ ਆਈਆਂ, ਆ ਚੁੱਕੀਆਂ ਸਨ। ਪਰ ਜਿਸ ਕੌਮੀ ਦਰਦ ਦੇ ਵਿੱਚੋਂ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਬਿਆਨ ਕੀਤਾ ਹੈ, 2-4-5 ਸਫ਼ੇ ਪੜ੍ਹਨ ਤੋਂ ਬਾਅਦ ਹਰ ਪਾਠਕ ਦੀ ਜਿਹੜੀ ਅੱਖ ਹੈ ਉਹ ਨਾਮ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਉਹਨਾਂ ਦੇ ਅੰਤਮ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜਿਹੜੇ ਟਵੀਟ ਨੇ, ਜੋ ਕੁਝ ਉਹਨਾਂ ਨੇ ਕਿਹਾ ਗਿਆ, ਇੱਕ ਸਾਬਕਾ ਵਿਧਾਇਕ ਟਵੀਟ ਕਰ ਰਿਹਾ ਹੈ, ਆਕਸੀਜਨ ਨਹੀਂ ਹੈ, ਹਸਪਤਾਲ ਦੇ ਵਿੱਚ ਬੈੱਡ ਨਹੀਂ ਹੈ। ਔਰ ਉਸ ਤੋਂ ਬਾਅਦ ਬੇਸ਼ੱਕ ਅੱਜ ਕਈ ਕਾਰਨ ਜਿਹੜੇ ਨੇ ਜਿਨ੍ਹਾਂ ਦੀ ਪੜਚੋਲ ਕਰਨੀ ਹੈ, ਤੇ ਭਵਿੱਖ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇਸ ਵਰਤਾਰੇ ਦੇ ਉੱਪਰ ਪੜਚੋਲ ਜਿਹੜੀ ਉਹ ਹੁੰਦੀ ਰਹੇਗੀ, ਕਿਉਂਕਿ ਕਿਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸੰਸਾਰ ਤੋਂ ਜਾਣ ਦਾ ਕਾਰਨ ਹੈ ਕਿ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ। ਕਿਤੇ ਸਭ ਤੋਂ ਵੱਡਾ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਸ਼ਾਇਦ ਪਿਛਲੀ 18 ਅਪ੍ਰੈਲ ਨੂੰ ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਹੈ ਉਹ ਵੀ ਕਰਵਾਈ ਸੀ। ਤੀਸਰੀ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਜਿਹੜੀ ਮਸ਼ੀਨ ਦੀ ਉਹਨਾਂ ਨੂੰ ਉਸ ਸਮੇਂ ਜਾਨ ਬਚਾਉਣ ਦੇ ਵਾਸਤੇ ਲੋੜ ਸੀ, ECMO ਜਿਸ ਨੂੰ ਕਿਹਾ ਜਾਂਦਾ ਹੈ, ਐਕਸਟਰਾ ਕਾਰਪੋਰੀਅਲ ਜਿਹੜੀ ਹੁੰਦੀ ਆ ਮੈਂਬਰੇਨ ਆਕਸੀਜਨੇਸ਼ਨ ਜਿਹੜੀ ਮਸ਼ੀਨ ਹੈ, ਇੱਕ ਤਰ੍ਹਾਂ ਦਾ ਇਕਵਿਪਮੈਂਟ ਹੁੰਦਾ ਹੈ ਕਿ ਜਦੋਂ ਬੰਦੇ ਦੇ ਫੇਫੜੇ ਤੇ ਜਿਹੜਾ ਦਿਲ ਹੈ, ਜਿੰਨੀ ਇੱਕ ਸਰੀਰ ਨੂੰ ਜਿਉਣ ਦੇ ਵਾਸਤੇ ਹਵਾ ਦੇ ਵਿੱਚੋਂ ਆਕਸੀਜਨ ਚਾਹੀਦੀ ਹੁੰਦੀ ਹੈ, ਜਦੋਂ ਉਸ ਮਾਤਰਾ ਦੇ ਵਿੱਚ ਇਹ ਜਿਹੜੇ ਉਹਦੇ ਸਰੀਰ ਦੇ ਅੰਗ ਨੇ ਜਾਂ ਜਿਹੜੇ ਆਰਗਨ ਨੇ ਉਹ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਬਾਹਰੋਂ ਉਹ ਆਕਸੀਜਨ ਦੇਣ ਦੇ ਵਾਸਤੇ ਜਿਹੜੀ ECMO ਮਸ਼ੀਨ ਲੱਗਣੀ ਸੀ ਉਹ ਵੀ ਉਹਨਾਂ ਨੂੰ ਨਾ ਮਿਲ ਸਕੀ। ਸੋ ਕਿਤੇ ਨਾ ਕਿਤੇ ਤਾਂ ਇਹ ਇਸ ਨਿਜ਼ਾਮ ਦੇ ਉੱਪਰ ਮੈਂ ਸੋਚਦਾ ਇੱਕ ਬਹੁਤ ਹੀ ਵੱਡਾ ਕਲੰਕ ਹੈ, ਇੱਕ ਧੱਬਾ ਹੈ। ਔਰ ਅੱਜ ਤਾਂ ਦਿੱਲੀ ਹਾਈ ਕੋਰਟ ਨੇ ਵੀ ਸਰਕਾਰ ਨੂੰ ਇਸ ਗੱਲ ਦੇ ਉੱਪਰ ਝਾੜ ਪਾ ਦਿੱਤੀ ਹੈ ਕਿ ਜਦੋਂ ਵੀ ਬੰਦਾ ਫੋਨ ਕਰਦਾ ਹੈ ਤੇ ਅਗਲੇ ਪਾਸੇ ਤੋਂ ਰਿੰਗਟੋਨ ਵੱਜਦੀ ਹੈ ਕਿ ਦੇਸ਼ ਵਿੱਚ ਬਣੀ ਹੋਈ ਜਿਹੜੀ ਕਰੋਨਾ ਦੇ ਪ੍ਰਤੀ ਵੈਕਸੀਨ ਹੈ ਬਹੁਤ ਹੀ ਪ੍ਰਭਾਵੀ ਆ, ਲਵਾਓ। ਤੇ ਹਾਈ ਕੋਰਟ ਨੇ ਸਵਾਲ ਖੜਾ ਕੀਤਾ ਹੈ ਕਿ ਵੈਕਸੀਨੇਸ਼ਨ ਤਾਂ ਅਵੇਲੇਬਲ ਹੀ ਨਹੀਂ ਹੈਗੀ, ਲਵਾਉਣੀ ਕਿੱਥੋਂ ਆ? ਤੁਹਾਡੀਆਂ ਇਵੇਂ ਦੀਆਂ ਜਿਹੜੀਆਂ ਰਿੰਗਟੋਨ ਨੇ ਉਹ ਤਾਂ ਲੋਕਾਂ ਨੂੰ ਚੜਾ ਰਹੀਆਂ ਨੇ, ਉਹ ਤਾਂ ਇੱਕ ਭੱਦਾ ਮਜ਼ਾਕ ਬਣ ਕੇ ਰਹਿ ਗਈਆਂ ਨੇ। ਜਿੱਥੇ ਸਰਦਾਰ ਜਰਨੈਲ ਸਿੰਘ ਵਰਗੇ ਪੰਥ ਦਰਦੀ ਜਿਹੜੇ ਲੋਕ ਨੇ ਉਹ ਜਾਨਾਂ ਗਵਾ ਰਹੇ ਨੇ ਕਿ ਉਹਨਾਂ ਦੀ ਜਾਨ ਬਚਾਉਣ ਦੇ ਵਾਸਤੇ ਜਿਸ ਪੱਧਰ ਦੇ ਇਕਵਿਪਮੈਂਟ ਜਾਂ ਜਿਸ ਪੱਧਰ ਦੇ ਉਹਨਾਂ ਨੂੰ ਜਿਹੜਾ ਸਾਜੋ ਸਮਾਨ ਚਾਹੀਦਾ ਸੀ ਹਸਪਤਾਲ ਦੇ ਵਿੱਚ ਉਹ ਤਾਂ ਦਿੱਤਾ ਨਹੀਂ ਜਾ ਰਿਹਾ, ਉੱਥੇ ਇੱਕ ਆਮ ਵਿਅਕਤੀ ਦਾ ਹਾਲ ਕੀ ਹੋਵੇਗਾ? ਇਹ ਸਾਡੇ ਸਾਹਮਣੇ ਇੱਕ ਸਵਾਲ ਹੈ। ਦੂਸਰੀ ਗੱਲ, ਜਦੋਂ ਅਸੀਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਮੈਂ ਇੱਕ ਗੱਲ ਦੱਸ ਦੇਵਾਂ ਪੇਸ਼ੇ ਵਜੋਂ, ਮੈਂ ਇੱਕ ਡਾਕਟਰ ਹੋਣ ਕਰਕੇ, ਕਿ ਜਿੰਨੀਆਂ ਵੀ ਵੈਕਸੀਨੇਸ਼ਨਸ ਨੇ, ਚਾਹੇ ਉਹ ਰੇਬੀਜ਼ ਦੀ ਹੋਵੇ ਜਿਹਨੂੰ ਅਸੀਂ ਹਲਕਾ ਦੀ ਕਹਿ ਦਿੰਦੇ ਹਾਂ, ਜਾਂ ਫਿਰ ਉਹ ਕਿਤੇ ਨਾ ਕਿਤੇ ਟੈਟਨਸ ਦੀ ਹੋ ਜਾਵੇ, ਇਹਨਾਂ ਦਾ ਜਿਹੜਾ ਪ੍ਰਤੀਰੋਧਕ ਜਿਹੜਾ ਅਨੁਪਾਤ ਹੈ 100% ਨਹੀਂ ਹੁੰਦਾ। ਔਰ ਬੇਸ਼ੱਕ ਕਿ ਇਹ ਵੀ ਗੱਲ ਹੈ ਕਿ ਇਹ ਜਿਹੜਾ ਕਰੋਨਾ ਹੈ ਜਾਂ ਜਿਹੜਾ ਕੋਵਿਡ ਹੈ ਕਿ ਇਹ ਬੇਸ਼ੱਕ ਇਹਦਾ ਇੱਕ ਰੂਪ ਜਿਹੜਾ ਹੈ ਉਹ ਸਾਰਸ ਜਿਹੜੀ ਫੈਮਿਲੀ ਹੈ ਉਹਦੇ ਵਿੱਚੋਂ ਆਉਂਦਾ, ਜਿਹੜਾ ਪਹਿਲਾਂ ਵੀ ਇੱਕ ਵਾਰੀ ਫੈਲਿਆ ਸੀ। ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਕੁਝ ਖੋਜਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਨੂੰ ਕਹਿ ਸਕਦੇ ਹੋ ਕਿ ਗੈਰ ਕੁਦਰਤੀ ਤੌਰ ਦੇ ਉੱਪਰ ਵੀ ਜ਼ਿਆਦਾ ਸਟਰੋਂਗ ਕੀਤਾ ਗਿਆ ਹੈ, ਤੇ ਜਿਹਦੇ ਪਿੱਛੇ ਵੱਖ-ਵੱਖ ਜਿਹੜੇ ਵੱਡੇ ਵਪਾਰਕ ਘਰਾਣੇ ਨੇ ਉਹਨਾਂ ਦੀ ਸਾਜ਼ਿਸ਼ ਵੀ ਸਾਹਮਣੇ ਆ ਰਹੀ ਹੈ। ਸੋ ਗੱਲਾਂ ਦੋ ਹੀ ਨੇ ਕਿ ਚਾਹੇ ਉਹਨਾਂ ਵੱਖ-ਵੱਖ ਜਿਹੜੇ ਕਾਰਪੋਰੇਟ ਘਰਾਣੇ ਨੇ, ਚਾਹੇ ਕਿਤੇ ਬਿਲ ਗੇਟਸ ਦੀ ਗੱਲ ਆ ਜਾਂਦੀ ਹੈ, ਕਿਤੇ ਇਲੂਮੀਨੇਟੀ ਦੀ ਗੱਲ ਆ ਜਾਂਦੀ ਹੈ, ਕਿਤੇ ਹੋਰ ਵੱਡੇ ਜਿਹੜੇ ਘਰਾਣੇ ਨੇ ਉਹਨਾਂ ਦੀ ਗੱਲ ਆ ਜਾਂਦੀ ਹੈ, ਪਰ ਜੇ ਇਹ ਸਮਾਜ ਦੇ ਵਿੱਚ ਹੁਣ ਮਹਾਂਮਾਰੀ ਫੈਲ ਗਈ ਹੈ ਤਾਂ ਇਸ ਦਾ ਬਚਣ ਦੇ ਵਾਸਤੇ ਵੀ ਤਾਂ ਕੋਈ ਉਪਾਅ ਕਰਨਾ ਹੀ ਪਵੇਗਾ। ਵੇਖੋ, ਜਦੋਂ ਅਸੀਂ ਕੋਵਿਡ ਦੀ ਵੈਕਸੀਨੇਸ਼ਨ ਲੈ ਲੈਂਦੇ ਹਾਂ
ਤਾਂ ਵੈਕਸੀਨੇਸ਼ਨ ਲੈਣ ਤੋਂ ਬਾਅਦ ਬਿਲਕੁਲ ਇਸ ਗੱਲ ਤੋਂ ਅਣਗਹਿਲੀ ਨਾ ਕਰ ਲਈਏ ਕਿ ਹੁਣ ਅਸੀਂ ਵੈਕਸੀਨੇਸ਼ਨ ਲਵਾ ਲਈ ਹੈ ਤੇ ਸ਼ਾਇਦ ਹੁਣ ਇਹ ਸਾਨੂੰ ਬਿਮਾਰੀ ਨਹੀਂ ਹੋ ਸਕਦੀ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲੀ ਵੈਕਸੀਨੇਸ਼ਨ ਦੀ ਡੋਜ਼, ਖੁਰਾਕ ਤੇ ਦੂਜੀ ਡੋਜ਼ ਲੈਣ ਤੋਂ ਬਾਅਦ ਜਿਹੜੀ ਮਨੁੱਖੀ ਸਰੀਰ ਹੈ, ਜਿਹੜੀ ਇਹਦੀ ਆਪਣੇ ਤੌਰ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਪ੍ਰਤੀਰੋਧਕ ਸ਼ਕਤੀ ਹੈ, ਉਹ ਕੁਛ ਦਿਨ ਘਟਦੀ ਹੈ। ਸੋ ਜਿਹੜੇ ਵੀਰ ਵੈਕਸੀਨੇਸ਼ਨ ਲਵਾਉਂਦੇ ਨੇ ਉਹਨਾਂ ਨੂੰ ਵੀ ਵੈਕਸੀਨੇਸ਼ਨ ਲਵਾਉਣ ਤੋਂ ਬਾਅਦ ਲਾਪਰਵਾਹ ਨਹੀਂ ਹੋਣਾ ਚਾਹੀਦਾ ਕਿ ਹੁਣ ਅਸੀਂ ਇੰਜੈਕਸ਼ਨ ਲਵਾ ਲਿਆ ਤੇ ਹੁਣ ਇਹ ਸਾਨੂੰ ਜਿਹੜੀ ਬਿਮਾਰੀ ਨੇੜੇ ਨਹੀਂ ਆਵੇਗੀ। 15-20 ਦਿਨਾਂ ਤੋਂ ਲੈ ਕੇ 1 ਮਹੀਨੇ ਦੇ ਵਿੱਚ ਜਿਹੜਾ ਸਰੀਰ ਹੈ ਉਹ ਬਾਕੀ ਜਿਹੜੀਆਂ ਕਹਿ ਸਕਦੇ ਹੋ ਕਿ ਆਪਣੀ ਜਿਹੜੀ ਮੂਲ ਪ੍ਰਤੀਰੋਧਕ ਸ਼ਕਤੀ ਹੈ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ, ਫਿਰ ਉਹਦੇ ਵਿੱਚ ਆਉਂਦਾ ਹੈ। ਸੋ ਇਸ ਕਰਕੇ ਪਹਿਲੀ ਗੱਲ ਤਾਂ ਅਹਿਮ ਇਹ ਹੈ। ਮੇਰੀ ਕੱਲ੍ਹ ਪਰਸੋਂ ਗੱਲ ਹੋ ਰਹੀ ਸੀ, ਮੈਂ ਸਰਦਾਰ ਅਜਮੇਰ ਸਿੰਘ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੂੰ ਥੋੜ੍ਹੀ ਖਾਂਸੀ ਆਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਕਿ ਬਾਪੂ ਜੀ ਕਿ ਸਿਹਤ ਠੀਕ ਆ? ਕਹਿੰਦੇ ਮੈਂ ਦੂਸਰਾ ਇੰਜੈਕਸ਼ਨ ਲਵਾਇਆ ਹੋਇਆ ਹੈ ਕਿ ਜਿਹੜੀ ਸੈਕਿੰਡ ਡੋਜ਼ ਹੈ ਉਹ ਵੈਕਸੀਨੇਸ਼ਨ ਦੀ ਲਈ ਹੋਈ ਹੈ ਤੇ ਉਹਦੇ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਕਿ ਇੱਕ ਤਾਂ ਉਵੇਂ ਦੇ ਲੱਛਣ ਜਿਹੜੇ ਨੇ ਉਹ ਬੰਦੇ ਦੇ ਅੰਦਰ ਪੈਦਾ ਹੁੰਦੇ ਨੇ ਜਿਵੇਂ ਦੇ ਬਿਮਾਰੀ ਦੇ ਲੱਛਣ ਨੇ। ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਉਹ ਘੱਟ ਮਹਿਸੂਸ ਹੁੰਦੇ ਨੇ, ਕਿਸੇ ਨੂੰ ਵੱਧ ਮਹਿਸੂਸ ਹੁੰਦੇ ਨੇ, ਪਰ ਉਹ ਲੱਛਣ ਜਿਹੜੇ ਨੇ ਪੈਦਾ ਹੁੰਦੇ ਨੇ। ਪਰ ਅਸੀਂ ਵੈਕਸੀਨੇਸ਼ਨ ਲਵਾਉਣ ਤੋਂ ਬਾਅਦ ਲਾਪਰਵਾਹ ਨਾ ਹੋ ਜਾਈਏ। ਸੋ ਸਰਦਾਰ ਜਰਨੈਲ ਸਿੰਘ ਜਿਹੜੀ ਹੁਣੀ ਹੋਏ ਨੇ, ਜੋ ਉਹਨਾਂ ਦੇ ਨਾਲ ਵਾਪਰਿਆ ਉਹਦੇ ਵਿੱਚ ਇਸ ਨਿਜ਼ਾਮ ਦੀ ਇੱਕ ਬਹੁਤ ਵੱਡੀ ਅਣਗਹਿਲੀ ਹੈ ਕਿ ਇੱਕ ਸਾਬਕਾ ਜਿਹੜਾ ਵਿਧਾਇਕ ਹੈ ਉਹ ਮੰਜੇ ਦੇ ਉੱਪਰ ਪਿਆ ਟਵੀਟ ਕਰ ਰਿਹਾ ਹੈ, ਆਕਸੀਜਨ ਨਹੀਂ, ਬੈੱਡ ਨਹੀਂ, ਚੰਗੀ ਤਰ੍ਹਾਂ ਦੇ ਨਾਲ ਹਸਪੀਟਲਾਈਜੇਸ਼ਨ ਨਹੀਂ ਹੋ ਸਕੀ। ਉਸ ਤੋਂ ਇਲਾਵਾ ਖਾਸ ਕਰਕੇ ਜਿਹੜੀ ECMO ਜਿਹੜਾ ਇਕਵਿਪਮੈਂਟ ਸੀਗਾ ਜਿਹਦੇ ਨਾਲ ਉਹਨਾਂ ਨੂੰ ਮਸਨੂਈ ਤੌਰ ਦੇ ਉੱਪਰ ਹਵਾ ਦੇ ਵਿੱਚੋਂ ਜਿੰਨੀ ਸਰੀਰ ਨੂੰ ਆਕਸੀਜਨ ਚਾਹੀਦੀ ਸੀ ਉਹ ਦਿੱਤੀ ਜਾ ਸਕਦੀ ਸੀ। ਤੇ ਸੱਚ ਜਾਣਿਓ, ਮੈਂ ਸੋਚਦਾ ਕਿ ਜਿਹੜੇ ਉਹਨਾਂ ਦੇ ਟਵੀਟ ਨੇ, ਜਿੱਥੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਰਾਜਸੀ ਧਿਰ ਦੇ ਵੱਲੋਂ ਜਿਹੜੀ ਨਸਲਕੁਸ਼ੀ ਕੀਤੀ ਗਈ ਇੱਕ ਕੌਮੀਅਤ ਦੀ, ਜਿੱਥੇ ਉਹਦੇ ਮੂੰਹ ਦੇ ਉੱਪਰ ਥੱਪੜ ਮਾਰ ਕੇ ਸਮਾਜ ਦੇ ਸਾਹਮਣੇ ਲਿਆਂਦਾ ਸੀ, ਅੱਜ ਉਹਨਾਂ ਨੇ ਸੰਸਾਰ ਤੋਂ ਜਾਂਦਿਆਂ ਜਾਂਦਿਆਂ ਇਸ ਸਾਰੇ ਨਿਜ਼ਾਮ ਦੇ ਮੂੰਹ ਦੇ ਉੱਪਰ ਥੱਪੜ ਮਾਰਿਆ ਕਿ ਜਿੱਥੇ ਜਦੋਂ ਸਮਾਂ ਸੀ, ਜਦੋਂ ਦੇਸ਼ ਦੇ ਕੋਲ ਵੈਕਸੀਨੇਸ਼ਨ ਸੀ, ਉਦੋਂ ਤਾਂ ਬਾਹਰਲੇ ਦੇਸ਼ਾਂ ਨੂੰ ਜਿਹੜੀ ਸੀ ਉਹ ਐਕਸਪੋਰਟ ਕਰ ਦਿੱਤੀ ਗਈ ਤੇ ਹੁਣ ਆਪਣੇ ਦੇਸ਼ ਦੇ ਲੋਕ ਮਰ ਰਹੇ ਨੇ ਤੇ ਲੋਕਾਂ ਦੇ ਵਾਸਤੇ ਵੈਕਸੀਨੇਸ਼ਨ ਨਹੀਂ ਹੈ। ਸਰਕਾਰ ਦੇ ਇਸ ਕਰੂਪ ਚਿਹਰੇ ਨੂੰ ਸਰਦਾਰ ਜਰਨੈਲ ਸਿੰਘ ਨੇ ਇਸ ਸੰਸਾਰ ਤੇ ਜਾਣ ਤੋਂ ਪਹਿਲਾਂ ਆਪਣੇ ਟਵੀਟਾਂ ਦੇ ਵਿੱਚ ਸੰਸਾਰ ਦੇ ਸਾਹਮਣੇ ਰੱਖ ਦਿੱਤਾ ਹੈ। ਸੋ ਫਿਰ ਗੁਰੂ ਪਾਤਸ਼ਾਹ ਦੇ ਚਰਨਾਂ ਦੇ 'ਚ ਅਰਦਾਸ ਕਰੀਏ ਕਿ ਉਵੇਂ ਦਾ ਗੁਰਸਿੱਖੀ ਜੀਵਨ, ਉਸ ਤਰ੍ਹਾਂ ਦੇ ਨਾਲ ਗੁਰਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਹੋਣਾ ਤੇ ਉਸ ਤਰ੍ਹਾਂ ਦੇ ਨਾਲ ਕਿਸੇ ਵੀ ਰਾਜਸੀ ਧਿਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀਆਂ ਪੰਥਕ ਮਾਨਤਾਵਾਂ ਨੂੰ ਤੇ ਪੰਥਕ ਪਰੰਪਰਾਵਾਂ ਨੂੰ ਉਜਾਗਰ ਕਰਨਾ ਤੇ ਉਹਨਾਂ ਦੇ ਉੱਪਰ ਇਸ ਪੱਧਰ ਦੇ ਉੱਪਰ ਪਹਿਰਾ ਦੇਣਾ ਕਿ ਰਾਜਨੀਤਿਕ ਜੀਵਨ ਜਾਂ ਰਾਜਨੀਤਿਕ ਭਵਿੱਖ ਜਾਂ ਰਾਜਨੀਤਿਕ ਕੈਰੀਅਰ ਜਾਂਦਾ ਹੈ ਤੇ ਜਾਂਦਾ ਰਹੇ, ਪਰ ਮੇਰੀ ਜਿਹੜੀ ਸਿੱਖੀ ਦੀ ਵਿਚਾਰਧਾਰਾ ਹੈ ਉਹ ਮੇਰੇ ਜੀਵਨ ਦੇ ਵਿੱਚੋਂ ਨਹੀਂ ਜਾਣੀ ਚਾਹੀਦੀ। ਸੋ ਕੁਝ ਲੋਕ ਤੇ ਉਹ ਹੁੰਦੇ ਨੇ ਨਾ, ਜਿਸ ਤਰ੍ਹਾਂ ਪਾਵਨ ਬਾਣੀ ਦੇ ਵਿੱਚ ਆਉਂਦਾ ਹੈ ਕਿ ਮਾਟੀ ਕੇ ਹਮ ਪੁੱਤਰੇ ਮਾਨਸ ਧਰਿਓ ਨਾਉ, 4 ਦਿਵਸ ਕੇ ਪਾਹੁਨੇ ਵੱਡ ਵੱਡ ਰੁੰਦੇ ਥਾਉ, ਕਿ ਜਿਉਂਦੇ ਅਸੀਂ ਇੱਥੇ ਥਾਂ ਮੰਨ ਲਾ, ਇੱਥੇ ਥਾਂ ਮੰਨ ਲਾ, ਇੱਥੇ ਥਾਂ ਮੰਨ ਲਾ। ਸੰਸਾਰ ਦੇ ਵਿੱਚ ਲੋਕ ਦੇ ਵਿੱਚ ਹੀ ਅਸੀਂ ਜਗ੍ਹਾ ਦੀ ਵੰਡ ਤੋਂ ਲੜਦੇ ਰਹਿੰਦੇ ਹਾਂ, ਪਰ ਬੜੇ ਘੱਟ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਵਰਗਾ ਹੁੰਦਾ ਹੈ, ਜਿਨ੍ਹਾਂ ਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਰਦਾਰ ਜਰਨੈਲ ਸਿੰਘ ਵਰਗੇ ਗੁਰਸਿੱਖ ਜੀਵਨ ਦੇ ਧਾਰਨੀ ਜਿਉੜੇ ਨੂੰ ਗੁਰੂ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਇਹ ਸਾਰੀ ਸਾਡੀ ਕੌਮੀਅਤ ਦੀ ਅਰਦਾਸ ਹੋਣੀ ਚਾਹੀਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।